ਪਰ ਮੇਰੇ ਖਿਆਲ ਦੇ ਨਾਲ ਅਜੇ ਵੀ ਕਿਤੇ ਕੋਈ ਇਵੇਂ ਦਾ ਵਰਤਾਰਾ ਨਹੀਂ ਵਾਪਰਿਆ ਕਿ ਮੇਰੇ ਲੈਕਚਰ ਕਰਨ ਦੇ ਨਾਲ ਕੋਈ ਅਮਨ ਕਾਨੂੰਨ ਦੀ ਜਿਹੜੀ ਵਿਵਸਥਾ ਹੈ ਉਹ ਵਿਗੜੀ ਹੋਵੇ, ਜਾਂ ਜਿਸ ਤਰ੍ਹਾਂ ਦੇ ਨਾਲ ਕੋਈ ਹਿੰਸਾਤਮਕ ਜਿਹੜਾ ਵਾ ਉਹਦੇ ਤੋਂ ਬਾਅਦ ਕੋਈ ਪ੍ਰਤੀਕਰਮ ਹੋਇਆ ਹੋਵੇ। ਅਜੇ ਤੱਕ 25 ਸਾਲਾਂ ਦੇ ਸਮੇਂ 'ਚ ਨਹੀਂ ਹੋਇਆ। ਪਰ ਫਿਰ ਵੀ ਇਹ ਗੱਲ ਕਹਿ ਕੇ ਮੇਰਾ ਲੈਕਚਰ ਕਰਨ ਦੇ ਉੱਥੇ ਜਿਹੜੀ ਪਾਬੰਦੀ ਲਾ ਦੇਣੀ ਕਿ ਡਾਕਟਰ ਉਦੋਕੇ ਦੇ ਲੈਕਚਰ ਕਰਨ ਦੇ ਨਾਲ ਇੱਥੋਂ ਦੇ ਅਮਨ ਕਾਨੂੰਨ ਨੂੰ ਜਾਂ ਇੱਥੋਂ ਦੇ ਜਿਹੜੇ ਸਮਾਜਿਕ ਹਾਲਾਤ ਨੇ ਉਹਨਾਂ ਨੂੰ ਖਤਰਾ ਪੈਦਾ ਹੋ ਸਕਦਾ ਹੈ, ਤਾਂ ਮੈਂ ਸੋਚਦਾ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਹੈ ਇਸ ਦੇਸ਼ ਦੇ ਪ੍ਰਸ਼ਾਸਨ ਦੇ ਬਾਰੇ। ਸਰਦਾਰ ਕਪੂਰ ਸਿੰਘ ਦੀ ਇੱਕ ਗੱਲ ਯਾਦ ਆ ਰਹੀ ਹੈ ਕਿ ਪੰਜਾਬ ਕਦੀ ਵੀ ਇਸ ਦੇਸ਼ ਦਾ ਹਿੱਸਾ ਨਹੀਂ ਰਿਹਾ, ਔਰ ਤਾਂ ਹਿੰਦੁਸਤਾਨ ਤੇ ਇਸ ਕਹਿ ਸਕਦੇ ਹਾਂ ਭਾਰਤ ਦੇ ਲੋਕਾਂ ਨੂੰ ਤਾਂ ਹਮੇਸ਼ਾ ਹੀ ਸਿੱਖਾਂ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਪੰਜਾਬ ਭਾਰਤ ਦੇ ਲੋਕਾਂ ਨੂੰ ਸਿੱਖਾਂ ਦੇ ਵੱਲੋਂ ਦਿੱਤਾ ਗਿਆ ਇੱਕ ਸਭ ਤੋਂ ਵੱਡਾ ਤੋਹਫਾ ਹੈ। ਜੇਕਰ 18ਵੀਂ ਸਦੀ ਦੇ ਵਿੱਚ ਸਾਡੇ ਵਡੇਰਿਆਂ ਨੇ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਦਾ ਮੂੰਹ ਨਾ ਮੋੜਿਆ ਹੁੰਦਾ ਤਾਂ ਸ਼ਾਇਦ ਕਦੀ ਵੀ ਪੰਜਾਬ ਜਿਹੜਾ ਇਸ ਦੇਸ਼ ਦਾ ਹਿੱਸਾ ਨਾ ਹੁੰਦਾ। ਪਰ ਪੁਲਿਸ ਤੇ ਪ੍ਰਸ਼ਾਸਨ ਦੇ ਵੱਲੋਂ ਇਹ ਕਹਿ ਕੇ ਮੇਰੇ ਲੈਕਚਰ ਜਿਹੜੇ ਨੇ ਉਹਨਾਂ ਦੇ ਉੱਪਰ ਪਾਬੰਦੀ ਲਾ ਦਿੱਤੀ ਜਾਂਦੀ ਹੈ ਕਿ ਕੁਝ ਵੀ ਹੋਵੇ ਡਾਕਟਰ ਉਦੋਕੇ ਦਾ ਲੈਕਚਰ ਇਸ ਸ਼ਹਿਰ ਦੇ ਵਿੱਚ ਨਹੀਂ ਕਰਨ ਦਿੱਤਾ ਜਾਵੇਗਾ ਕਿਉਂਕਿ ਅਮਨ ਕਾਨੂੰਨ ਦੀ ਹਾਲਾਤ ਨੂੰ ਖਤਰਾ ਹੈ। ਸੋ ਪਹਿਲੀ ਗੱਲ ਤਾਂ ਇਹ ਕਿ ਅਜੇ ਤੱਕ ਮੈਂ ਕਿਹੜਾ ਲੈਕਚਰ ਇਵੇਂ ਦਾ ਕੀਤਾ ਜਿਸ ਦੇ ਨਾਲ ਅਮਨ ਕਾਨੂੰਨ ਨੂੰ ਖਤਰਾ ਪੈਦਾ ਹੋਇਆ ਹੋਵੇ। ਉਸ ਵੇਲੇ ਵੀ ਉੱਥੋਂ ਦਾ ਜਿਹੜਾ ਐਂਟੀ ਟੈਰਰਿਸਟ ਸਕੁਐਡ ਹੈ ATS ਵੱਲੋਂ ਵੀ ਜਿਵੇਂ ਦਾ ਵਰਤਾਰਾ ਹੀ ਕੀਤਾ ਗਿਆ ਸੀ। ਖੈਰ ਉੱਥੇ ਲੈਕਚਰ ਤਾਂ ਹੋ ਗਏ, ਪਰ ਜਿਹੜੇ ਨੌਜਵਾਨਾਂ ਨੇ ਲੈਕਚਰ ਜਿਹੜੇ ਸੀਗੇ ਉਹ ਮੇਰੇ ਰੱਖੇ ਹੋਏ ਸੀ, ਇੱਕ ਛੋਟਾ ਵੀਰ ਰਸ਼ਮੀਤ ਸਿੰਘ ਸੀ, ਇੱਕ ਸਿਮਰਨ ਸਿੰਘ ਸੀ, ਬੜੀ ਛੋਟੀ ਉਮਰ ਦੇ ਬੱਚੇ ਨੇ, ਉਹਨਾਂ ਨੂੰ ਉੱਥੋਂ ਦੀ ਪੁਲਿਸ ਵੱਲੋਂ ਥਾਣੇ ਵਿੱਚ ਸੱਦ ਕੇ ਮਾਨਸਿਕ ਤੌਰ ਤੇ ਵੈਸੇ ਵੀ ਬਹੁਤ ਤੰਗ ਤੇ ਪਰੇਸ਼ਾਨ ਕੀਤਾ ਗਿਆ। ਔਰ ਇੱਕੋ ਗੱਲ ਬਾਰ-ਬਾਰ ਕਹੀ ਜਾਂਦੀ ਸੀ ਕਿ ਡਾਕਟਰ ਉਦੋਕੇ ਨੂੰ ਕਿਉਂ ਬੁਲਾਉਂਦੇ ਹੋ, ਹੋਰ ਕਿਸੇ ਨੂੰ ਬੁਲਾ ਲਵੋ। ਕੋਈ तो कहता सी आपको सुन के युवा संगठित और उत्तेजित होते हैं। ਵੇਖੋ ਕੀ ਆਪਣੇ ਨੌਜਵਾਨਾਂ ਨੂੰ ਸੰਗਠਿਤ ਕਰਨਾ, ਏਕੇ ਚ ਰਹਿਣ ਦੀ ਗੱਲ ਕਰਨੀ, ਜਾਂ ਮੇਰੀ ਗੱਲ ਦੇ ਨਾਲ ਜੇਕਰ ਨੌਜਵਾਨ ਸੰਗਠਿਤ ਹੁੰਦੇ ਨੇ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਉਹ ਕੋਈ ਬੱਸਾਂ ਦੀ ਤੋੜ ਭੰਨ ਕਰ ਦਿੰਦੇ ਨੇ ਜਾਂ ਉਹ ਕੋਈ ਸਾੜ ਫੂਕ ਕਰ ਦਿੰਦੇ ਜਾਂ ਕੋਈ ਹਿੰਸਾਤਮਕ ਗਤੀਵਿਧੀ ਕਰ ਦਿੰਦੇ ਨੇ। ਕਿ ਆਪਣੀ ਕੌਮ ਨੂੰ ਏਕੇ ਦੇ ਵਿੱਚ ਰੱਖਣ ਦੀ ਗੱਲ ਹੈ ਉਹ ਵੀ ਸਟੇਜ ਦੇ ਉੱਪਰੋਂ ਨਹੀਂ ਕੀਤੀ ਜਾ ਸਕਦੀ। ਇਹ ਕੋਈ ਹਿੰਸਾ ਕਰਦੇ ਨੇ ਨੌਜਵਾਨ ਸੰਗਠਿਤ ਹੋਣ ਤੋਂ ਬਾਅਦ। ਕੀ ਆਪਣੀ ਕੌਮ ਦੇ ਦਰਦ ਤੋਂ ਜਾਣੂ ਕਰਾਉਣਾ ਵੀ ਗੁਨਾਹ ਹੈ? ਕਿ 1984 ਚ ਵਾਪਰੇ ਘੱਲੂਘਾਰੇ ਤੇ ਉਸ ਤੋਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਹੈ, ਉਸ ਦਰਦ ਦੀ ਗੱਲ ਕਰਨੀ ਵੀ ਇਸ ਦੇਸ਼ ਦੇ ਵਿੱਚ ਗੁਨਾਹ ਹੈ? ਹੁਣ ਜਿਹੜੀ ਸਮੱਸਿਆ ਤਾਂ ਇਹ ਹੈ ਕਿ ਜਿਸ ਵੀ ਮਾਧਿਅਮ ਦੇ ਰਾਹੀਂ ਤੁਸੀਂ ਆਪਣੀ ਗੱਲ ਰੱਖਣਾ ਚਾਹੁੰਦੇ ਹੋ, ਫੇਸਬੁੱਕ ਦੇ ਰਾਹੀਂ ਗੱਲ ਰੱਖਣਾ ਚਾਹੁੰਦੇ ਹੋ, ਉਸ ਨੂੰ ਬੰਦ ਕਰ ਦਿੱਤਾ ਜਾਂਦਾ। YouTube ਦੇ ਰਾਹੀਂ ਆਪਣੀ ਗੱਲ ਰੱਖਣਾ ਚਾਹੁੰਦੇ ਹੋ, ਉਸ ਬਾਰੇ ਬੰਦ ਰੱਖਣਾ ਕਰ ਦਿੱਤਾ ਜਾਂਦਾ। ਜੇ ਤੁਸੀਂ ਆਪਣੀ ਕੌਮ ਦੇ ਸ਼ਹੀਦਾਂ ਦੇ ਬਾਰੇ ਬੋਲਣਾ ਚਾਹੁੰਦੇ ਹੋ ਤੇ ਪੁਲਿਸ ਤੇ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਲੈਕਚਰ ਨੇ ਤੁਹਾਡੇ ਕਰਨ ਦੇ ਉੱਪਰ ਪਾਬੰਦੀ ਲਗਾ ਦਿੱਤੀ ਜਾਂਦੀ ਹੈ, ਤੇ ਫਿਰ ਹੋਰ ਗੁਲਾਮੀ ਕਿਸ ਨੂੰ ਕਿਹਾ ਜਾਂਦਾ ਹੈ? ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਇਸਤਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਤੇ ਜੋ ਕੁਛ ਮੇਰੇ ਲੈਕਚਰ ਦੇ ਦੌਰਾਨ ਮੁੰਬਈ ਸ਼ਹਿਰ ਦੇ ਵਿੱਚ ਵਾਪਰਿਆ, ਜਾਂ ਜਿਸ ਤਰ੍ਹਾਂ ਦੇ ਨਾਲ ਉੱਥੇ ਮੈਨੂੰ ਲੈਕਚਰ ਕਰਨ ਤੋਂ ਉੱਥੋਂ ਦੇ ਪੁਲਿਸ ਵੱਲੋਂ, ਪ੍ਰਸ਼ਾਸਨ ਵੱਲੋਂ ਤੇ ਸੰਬੰਧਿਤ ਸੰਸਥਾ ਜਿਸ ਦੇ ਵਿੱਚ ਲੈਕਚਰ ਕੀਤਾ ਜਾਣਾ ਸੀ ਉਸ ਦੇ ਵਿੱਚ ਲੈਕਚਰ ਕਰਨ ਤੋਂ ਰੋਕਿਆ ਗਿਆ। ਤਕਰੀਬਨ ਤੁਸੀਂ ਪੰਜਾਬੀ ਦੀਆਂ ਕੁਝ ਅਖਬਾਰਾਂ ਦੇ ਵਿੱਚ ਪੜ੍ਹ ਹੀ ਲਿਆ ਹੋਵੇਗਾ, ਜਾਂ ਉਹ ਵੀਰ ਜਿਹੜੇ ਅਖਬਾਰਾਂ ਨਹੀਂ ਪੜ੍ਹਦੇ ਸ਼ਾਇਦ ਮੇਰੇ ਨਾਲ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਪਰ ਜੁੜੇ ਹੁੰਦੇ ਸੀ, ਤਾਂ ਅਕਸਰ ਫੇਸਬੁੱਕ ਦੇ ਉੱਪਰ ਜਾਂ ਫਿਰ ਹੋਰ ਜਿਹੜੇ ਸੋਸ਼ਲ ਮਾਧਿਅਮ ਸੀ ਉਹਨਾਂ ਦੇ ਨਾਲ ਮੈਂ ਆਪਣੇ ਨਾਲ ਹੋਈਆਂ ਇਵੇਂ ਦੀਆਂ ਘਟਨਾਵਾਂ ਜਾਂ ਸਿੱਖ ਇਤਿਹਾਸ ਤੇ ਫਲਸਫੇ ਦੇ ਬਾਰੇ ਕੁਝ ਨਾ ਕੁਝ ਗੱਲਾਂ ਜਿਹੜੀਆਂ ਅਕਸਰ ਸਾਂਝੀਆਂ ਕਰਦਾ ਰਹਿਣਾ। ਸੋ ਤਕਰੀਬਨ ਕੁਝ ਸਮੇਂ ਤੋਂ ਤੁਸੀਂ ਸਾਰੇ ਜਾਣਦੇ ਹੋ ਕਿ ਮੇਰਾ ਸੋਸ਼ਲ ਮੀਡੀਆ ਜਿਹੜਾ ਹੈ, ਫੇਸਬੁੱਕ ਪੇਜ ਜਾਂ ਮੇਰਾ ਜਿਹੜੀ ਪਰਸਨਲ ਪ੍ਰੋਫਾਈਲ ਸੀ, ਉਹ ਸਾਰੇ ਜਿਹੜੇ ਨੇ ਉਹ ਬਲੌਕ ਕਰ ਦਿੱਤੇ ਗਏ ਨੇ, ਬੰਦ ਕਰ ਦਿੱਤੇ ਗਏ ਨੇ ਇੱਥੋਂ ਦੀ ਸਟੇਟ ਦੇ ਵੱਲੋਂ। YouTube ਜਿਹੜੀ ਸੀ ਉਹ ਵੀ ਪਹਿਲਾਂ ਕੁਝ ਦਿਨ ਤਾਂ ਉਹਦੇ ਉੱਪਰ ਕੁਝ ਅਪਲੋਡ ਨਹੀਂ ਸੀ ਹੋ ਰਿਹਾ, ਹੁਣ ਸ਼ਾਇਦ ਉਹਦੇ ਉੱਪਰ 1-2 ਲੈਕਚਰ ਜਿਹੜੇ ਨੇ ਅਪਲੋਡ ਕਰਨ ਦਾ ਯਤਨ ਕੀਤਾ ਹੈ, ਤੇ ਫਿਰ ਵੀ ਕੁਝ ਲਿਮਟਿਡ ਜਿਹੜੀ ਆਡੀਅנס ਹੈ ਉਹਦੇ ਤੱਕ ਉਹ ਪਹੁੰਚ ਚੁੱਕੇ ਨੇ। ਖੈਰ, ਜਿੱਥੋਂ ਤੱਕ ਅਸੀਂ ਮੁੰਬਈ ਪ੍ਰਸ਼ਾਸਨ ਦੇ ਉਸ ਤੁਗਲਕੀ ਫਰਮਾਨ ਦੀ ਗੱਲ ਕਰਨੀ ਹੈ, ਉਹਦੇ ਵਿੱਚ ਇੱਕ ਗੱਲ ਬੜੀ ਸਪਸ਼ਟ ਸਾਹਮਣੇ ਆਈ ਕਿ ਡਾਕਟਰ ਉਦੋਕੇ ਦਾ ਲੈਕਚਰ ਜਿਹੜਾ ਹੈ ਉਹ ਇਸ ਸ਼ਹਿਰ ਦੇ ਵਿੱਚ ਨਹੀਂ ਹੋ ਸਕਦਾ। ਉਹਦਾ ਕਾਰਨ ਕੀ ਹੈ ਕਿ ਅਮਨ ਕਾਨੂੰਨ ਦੀ ਜਿਹੜੀ ਹਾਲਾਤ ਹੈ ਉਹ ਵਿਗੜ ਸਕਦੀ ਹੈ। ਔਰ ਤਕਰੀਬਨ ਸਾਰੇ ਜਿਸ ਤਰ੍ਹਾਂ ਮੈਨੂੰ ਸੁਣਨ ਵਾਲੇ ਜਾਣਦੇ ਨੇ ਕਿ ਮੈਂ ਇਤਿਹਾਸ ਦੇ ਉੱਪਰ, ਸਿੱਖ ਵਿਚਾਰਧਾਰਾ ਦੇ ਉੱਪਰ, ਸਿੱਖ ਫਲਸਫੇ ਦੇ ਉੱਪਰ ਤੇ ਖਾਸ ਕਰਕੇ ਸਿੱਖ ਧਰਮ ਤੇ ਬਾਕੀ ਧਰਮਾਂ ਦੇ ਤੁਲਨਾਤਮਕ ਅਧਿਐਨ ਦੇ ਉੱਪਰ ਤਕਰੀਬਨ 25 ਸਾਲ ਤੋਂ ਇਹ ਲੈਕਚਰ ਤੇ ਵਿਖਿਆਨ ਕਰ ਰਿਹਾ। ਵਿਦੇਸ਼ਾਂ
ਵਿਦੇਸ਼ਾਂ ਦੇ ਵਿੱਚ ਵੀ ਤਕਰੀਬਨ ਭਾਰਤ ਦੇ ਸਾਰੇ ਕੋਨੇ-ਕੋਨੇ ਦੇ ਵਿੱਚ ਵੀ ਤਕਰੀਬਨ ਜਿਹੜੇ ਉਹ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਵੱਖ-ਵੱਖ ਸਟੇਜਾਂ ਦੇ ਉੱਪਰ ਜਾ ਕੇ ਕੀਤੇ ਨੇ। ਪਰ ਮੇਰੇ ਖਿਆਲ ਦੇ ਨਾਲ ਅਜੇ ਵੀ ਕਿਤੇ ਕੋਈ ਇਵੇਂ ਦਾ ਵਰਤਾਰਾ ਨਹੀਂ ਵਾਪਰਿਆ ਕਿ ਮੇਰੇ ਲੈਕਚਰ ਕਰਨ ਦੇ ਨਾਲ ਕੋਈ ਅਮਨ ਕਾਨੂੰਨ ਦੀ ਜਿਹੜੀ ਆ ਵਿਵਸਥਾ ਹੈ ਉਹ ਵਿਗੜੀ ਹੋਵੇ, ਜਾਂ ਜਿਸ ਤਰ੍ਹਾਂ ਦੇ ਨਾਲ ਕੋਈ ਹਿੰਸਾਤਮਕ ਜਿਹੜਾ ਵਾ ਉਹਦੇ ਤੋਂ ਬਾਅਦ ਕੋਈ ਪ੍ਰਤੀਕਰਮ ਹੋਇਆ ਹੋਵੇ। ਅਜੇ ਤੱਕ 25 ਸਾਲਾਂ ਦੇ ਸਮੇਂ 'ਚ ਨਹੀਂ ਹੋਇਆ। ਪਰ ਫਿਰ ਵੀ ਇਹ ਗੱਲ ਕਹਿ ਕੇ ਮੇਰਾ ਲੈਕਚਰ ਕਰਨ ਦੇ ਉੱਥੇ ਜਿਹੜੀ ਆ ਪਾਬੰਦੀ ਲਾ ਦੇਣੀ ਕਿ ਡਾਕਟਰ ਉਦੋਕੇ ਦੇ ਲੈਕਚਰ ਕਰਨ ਦੇ ਨਾਲ ਇੱਥੋਂ ਦੇ ਅਮਨ ਕਾਨੂੰਨ ਨੂੰ ਜਾਂ ਇੱਥੋਂ ਦੇ ਜਿਹੜੇ ਸਮਾਜਿਕ ਹਾਲਾਤ ਨੇ ਉਹਨਾਂ ਨੂੰ ਖਤਰਾ ਪੈਦਾ ਹੋ ਸਕਦਾ ਹੈ, ਤਾਂ ਮੈਂ ਸੋਚਦਾ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਹੈ ਇਸ ਦੇਸ਼ ਦੇ ਪ੍ਰਸ਼ਾਸਨ ਦੇ ਬਾਰੇ। ਬੇਸ਼ੱਕ ਕਿ ਮੁੰਬਈ ਦੇ ਵਿੱਚ ਜਿਹੜਾ ਮੇਰਾ ਲੈਕਚਰ 15 ਅਪ੍ਰੈਲ ਨੂੰ ਸੀ ਉਸ ਦਾ ਵਿਸ਼ਾ ਸੀ ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ਦਾ ਜਿਹੜਾ 200 ਸਾਲਾ ਅਸੀਂ ਦਿਹਾੜਾ ਮਨਾ ਰਹੇ ਹਾਂ, ਉਹਨਾਂ ਦੇ ਜੀਵਨ ਦੇ ਬਾਰੇ, ਉਹਨਾਂ ਦੇ ਫਲਸਫੇ ਦੇ ਬਾਰੇ ਜਿਹੜੇ ਸੰਗਤ ਦੇ ਨਾਲ ਵਿਚਾਰ ਸਾਂਝੇ ਕਰਨੇ ਸੀ। ਔਰ ਖਾਸ ਕਰਕੇ ਅੱਜ ਜਦੋਂ ਮੈਂ ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ਦੇ ਉਸ ਸਮਾਗਮ ਜਿਸ ਨੂੰ ਮੁੰਬਈ ਪੁਲਿਸ ਦੇ ਵੱਲੋਂ ਤੇ ਪ੍ਰਸ਼ਾਸਨ ਦੇ ਵੱਲੋਂ ਉੱਥੇ ਕਰਨ ਤੋਂ ਜਿਹੜੀ ਪੂਰੀ ਪਾਬੰਦੀ ਲਾ ਦਿੱਤੀ ਗਈ, ਉਹਦੇ ਬਾਰੇ ਅੱਜ ਮੈਨੂੰ ਸਰਦਾਰ ਕਪੂਰ ਸਿੰਘ ਦੀ ਇੱਕ ਗੱਲ ਯਾਦ ਆ ਰਹੀ ਹੈ ਕਿ ਪੰਜਾਬ ਕਦੀ ਵੀ ਇਸ ਦੇਸ਼ ਦਾ ਹਿੱਸਾ ਨਹੀਂ ਰਿਹਾ। ਔਰ ਤਾਂ ਹਿੰਦੁਸਤਾਨ ਤੇ ਇਸ ਕਹਿ ਸਕਦੇ ਹਾਂ ਭਾਰਤ ਦੇ ਲੋਕਾਂ ਨੂੰ ਤਾਂ ਹਮੇਸ਼ਾ ਹੀ ਸਿੱਖਾਂ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਪੰਜਾਬ ਭਾਰਤ ਦੇ ਲੋਕਾਂ ਨੂੰ ਸਿੱਖਾਂ ਦੇ ਵੱਲੋਂ ਦਿੱਤਾ ਗਿਆ ਇੱਕ ਸਭ ਤੋਂ ਵੱਡਾ ਤੋਹਫਾ ਹੈ। ਜੇਕਰ 18ਵੀਂ ਸਦੀ ਦੇ ਵਿੱਚ ਸਾਡੇ ਵਡੇਰਿਆਂ ਨੇ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਦਾ ਮੂੰਹ ਨਾ ਮੋੜਿਆ ਹੁੰਦਾ ਤਾਂ ਸ਼ਾਇਦ ਕਦੀ ਵੀ ਪੰਜਾਬ ਜਿਹੜਾ ਇਸ ਦੇਸ਼ ਦਾ ਹਿੱਸਾ ਨਾ ਹੁੰਦਾ। ਪਰ ਇਸ ਸਮੇਂ ਜਿਹੜਾ ਵਰਤਾਰਾ ਵਾਪਰਿਆ ਗਿਆ ਉਸ ਦੀ ਥੋੜੀ ਸਾਂਝ ਤੁਹਾਡੇ ਨਾਲ ਪਾਉਣੀ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਬੇਸ਼ੱਕ ਸਮਾਜਿਕ ਮਾਧਿਅਮ ਦੇ ਉੱਪਰ, ਸੋਸ਼ਲ ਮਾਧਿਅਮ ਉੱਪਰ ਜਿਹੜੇ ਖਾਤੇ ਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ, ਉੱਥੇ ਜਿਹੜੇ ਵਿਚਾਰ ਪੇਸ਼ ਕਰਨ ਦੇ ਉੱਪਰ ਇਸ ਦੇਸ਼ ਦੇ ਉੱਪਰ ਪਾਬੰਦੀ ਹੈ। ਪਰ ਜੇਕਰ ਜਨਤਕ ਤੌਰ ਦੇ ਉੱਪਰ ਮੈਂ ਸਿੱਖ ਸੰਗਤ ਦੇ ਨਾਲ ਵੀ ਕੋਈ ਵਿਚਾਰ ਸਾਂਝੇ ਕਰਨ ਦਾ ਯਤਨ ਕਰ ਰਿਹਾ ਤਾਂ ਉੱਥੋਂ ਦੀ ਪੁਲਿਸ ਤੇ ਪ੍ਰਸ਼ਾਸਨ ਦੇ ਵੱਲੋਂ ਇਹ ਕਹਿ ਕੇ ਮੇਰੇ ਲੈਕਚਰ ਜਿਹੜੇ ਨੇ ਉਹਨਾਂ ਦੇ ਉੱਪਰ ਪਾਬੰਦੀ ਲਾ ਦਿੱਤੀ ਜਾਂਦੀ ਹੈ ਕਿ ਕੁਝ ਵੀ ਹੋਵੇ ਡਾਕਟਰ ਉਦੋਕੇ ਦਾ ਲੈਕਚਰ ਇਸ ਸ਼ਹਿਰ ਦੇ ਵਿੱਚ ਨਹੀਂ ਕਰਨ ਦਿੱਤਾ ਜਾਵੇਗਾ ਕਿਉਂਕਿ ਅਮਨ ਕਾਨੂੰਨ ਦੀ ਹਾਲਾਤ ਨੂੰ ਖਤਰਾ ਹੈ। ਸੋ ਪਹਿਲੀ ਗੱਲ ਤਾਂ ਇਹ ਕਿ ਅਜੇ ਤੱਕ ਮੈਂ ਕਿਹੜਾ ਲੈਕਚਰ ਇਵੇਂ ਦਾ ਕੀਤਾ ਜਿਸ ਦੇ ਨਾਲ ਅਮਨ ਕਾਨੂੰਨ ਨੂੰ ਖਤਰਾ ਪੈਦਾ ਹੋਇਆ ਹੋਵੇ। ਦੂਸਰੀ ਗੱਲ ਕਿ ਜਿਹੜੇ ਵੀ ਜਿੰਨੇ ਵੀ ਅਜੇ ਤੱਕ ਮੈਂ ਲੈਕਚਰ ਕੀਤੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਵੀ ਗੱਲਾਂ ਸਾਂਝੀਆਂ ਕੀਤੀਆਂ ਨੇ, ਮੈਂ ਹਮੇਸ਼ਾ ਹੀ ਤਾਰੀਖ ਦੇ ਜਿਹੜੇ ਤੱਥ ਨੇ ਉਹ ਆਪਣੇ ਹਵਾਲਿਆਂ ਸਹਿਤ ਸਾਂਝੇ ਕਰਨ ਦਾ ਯਤਨ ਕਰਦਾ ਕਿ ਮੈਂ ਆਪਣੇ ਕੋਲੋਂ ਕਦੀ ਵੀ ਇਤਿਹਾਸ ਦੇ ਵਿੱਚ ਗੱਲ ਕਰਨ ਦਾ ਯਤਨ ਨਹੀਂ ਕੀਤਾ। ਸੋ ਖੈਰ, ਸਿੰਘ ਸਭਾ ਮੁੰਬਈ ਦੇ ਵੱਲੋਂ ਜਿਹੜੀ ਕਿ ਤਕਰੀਬਨ ਇੱਕ ਸਦੀ ਪੁਰਾਣੀ ਸੰਸਥਾ ਹੈ ਸਿੱਖਾਂ ਦੀ, ਉਹਨਾਂ ਦੇ ਵੱਲੋਂ ਅਕਾਲੀ ਫੂਲਾ ਸਿੰਘ ਦਾ 200 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਦੇ ਵਾਸਤੇ ਨੈਸ਼ਨਲ ਕਾਲਜ ਦਾ ਆਡੀਟੋਰੀਅਮ ਜਿਹੜਾ ਉਹ ਬੁੱਕ ਕੀਤਾ ਗਿਆ ਸੀ। ਔਰ ਮੈਂ ਥੋੜੀ ਜਿਹੀ ਪਿਛੋਕੜ ਵਿੱਚ ਹੋਰ ਗੱਲ ਸਾਂਝੀ ਕਰ ਦਵਾਂ ਕਿ ਪਿਛਲੇ ਸਾਲ ਜੂਨ ਦੇ ਵਿੱਚ ਜਦੋਂ ਉੱਥੋਂ ਦੇ ਨੌਜਵਾਨਾਂ ਦੇ ਵੱਲੋਂ ਮੇਰੇ ਲੈਕਚਰ ਰੱਖੇ ਗਏ ਉੱਥੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦਾਦਰ ਦੇ ਵਿਖੇ, ਤਾਂ ਉਸ ਵੇਲੇ ਵੀ ਉੱਥੋਂ ਦਾ ਜਿਹੜਾ ਐਂਟੀ ਟੈਰਰਿਸਟ ਸਕੁਐਡ ਹੈ ATS ਵੱਲੋਂ ਵੀ ਅਜਿਵੇਂ ਦਾ ਵਰਤਾਰਾ ਹੀ ਕੀਤਾ ਗਿਆ ਸੀ। ਖੈਰ ਉੱਥੇ ਲੈਕਚਰ ਤਾਂ ਹੋ ਗਏ, ਪਰ ਜਿਹੜੇ ਨੌਜਵਾਨਾਂ ਨੇ ਲੈਕਚਰ ਜਿਹੜੇ ਸੀਗੇ ਉਹ ਮੇਰੇ ਰੱਖੇ ਹੋਏ ਸੀ, ਇੱਕ ਛੋਟਾ ਵੀਰ ਰਸ਼ਮੀਤ ਸਿੰਘ ਸੀ, ਇੱਕ ਸਿਮਰਨ ਸਿੰਘ ਸੀ, ਬੜੀ ਛੋਟੀ ਉਮਰ ਦੇ ਬੱਚੇ ਨੇ, ਉਹਨਾਂ ਨੂੰ ਉੱਥੋਂ ਦੀ ਪੁਲਿਸ ਵੱਲੋਂ ਥਾਣੇ ਵਿੱਚ ਸੱਦ ਕੇ ਮਾਨਸਿਕ ਤੌਰ ਤੇ ਵੈਸੇ ਵੀ ਬਹੁਤ ਤੰਗ ਤੇ ਪਰੇਸ਼ਾਨ ਕੀਤਾ ਗਿਆ। ਔਰ ਇੱਕੋ ਗੱਲ ਬਾਰ-ਬਾਰ ਕਹੀ ਜਾਂਦੀ ਸੀ ਕਿ ਡਾਕਟਰ ਉਦੋਕੇ ਨੂੰ ਕਿਉਂ ਬੁਲਾਉਂਦੇ ਹੋ, ਹੋਰ ਕਿਸੇ ਨੂੰ ਬੁਲਾ ਲਵੋ, ਕੋਈ ਦਿੱਕਤ ਨਹੀਂ ਹੈ। ਉਦੋਂ ਮੈਂ ਵੀ ਪ੍ਰਸ਼ਾਸਨ ਦੇ ਇੱਕ ਵਿਅਕਤੀ ਦੇ ਨਾਲ ਗੱਲ ਕੀਤੀ ਸੀ ਕਿ ਮੇਰੇ ਲੈਕਚਰਾਂ ਦੇ ਉੱਪਰ ਹੀ ਕਿਉਂ ਪਾਬੰਦੀ ਹੈ, ਤੁਸੀਂ ਕਹਿ ਰਹੇ ਹੋ ਕਿ ਹੋਰ ਕੋਈ ਬੁਲਾਰਾ ਬੁਲਾ ਲਿਓ ਪਰ ਡਾਕਟਰ ਉਦੋਕੇ ਨੂੰ ਨਹੀਂ ਬੁਲਾਉਣਾ। ਤਾਂ ਕਹਿੰਦਾ ਸੀ ਆਪ ਕੋ ਸੁਣ ਕੇ ਯੁਵਾ ਸੰਗਠਿਤ ਔਰ ਉਤੇਜਿਤ ਹੋਤੇ ਹੈ। ਵੇਖੋ ਕੀ ਆਪਣੇ ਨੌਜਵਾਨਾਂ ਨੂੰ ਸੰਗਠਿਤ ਕਰਨਾ, ਏਕੇ ਚ ਰਹਿਣ ਦੀ ਗੱਲ ਕਰਨੀ, ਜਾਂ ਮੇਰੀ ਗੱਲ ਦੇ ਨਾਲ ਜੇਕਰ ਨੌਜਵਾਨ ਸੰਗਠਿਤ ਹੁੰਦੇ ਨੇ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਉਹ ਕੋਈ ਬੱਸਾਂ ਦੀ ਤੋੜ ਭੰਨ ਕਰ ਦਿੰਦੇ ਨੇ ਜਾਂ ਉਹ ਕੋਈ ਸਾੜ ਫੂਕ ਕਰ ਦਿੰਦੇ ਨੇ ਜਾਂ ਕੋਈ ਹਿੰਸਾਤਮਕ ਗਤੀਵਿਧੀ ਕਰ ਦਿੰਦੇ ਨੇ। ਕਿ ਆਪਣੀ ਕੌਮ ਨੂੰ ਏਕੇ ਦੇ ਵਿੱਚ ਰੱਖਣ ਦੀ ਗੱਲ ਹੈ ਉਹ ਵੀ ਸਟੇਜ ਦੇ ਉੱਪਰੋਂ ਨਹੀਂ ਕੀਤੀ ਜਾ ਸਕਦੀ। ਇਹ ਕੋਈ ਹਿੰਸਾ ਕਰਦੇ ਨੇ ਨੌਜਵਾਨ ਸੰਗਠਿਤ ਹੋਣ ਤੋਂ ਬਾਅਦ। ਕੀ ਆਪਣੀ ਕੌਮ ਦੇ ਦਰਦ ਤੋਂ ਜਾਣੂ ਕਰਾਉਣਾ ਵੀ ਗੁਨਾਹ ਹੈ? ਕਿ 1984 ਚ ਵਾਪਰੇ ਘੱਲੂ ਘਾਰੇ ਤੇ ਉਸ ਤੋਂ ਬਾਅਦ ਸਿੱਖਾਂ ਦੀ ਨਸਲ ਕੁਸ਼ੀ ਹੈ, ਉਸ ਦਰਦ ਦੀ ਗੱਲ ਕਰਨੀ ਵੀ ਇਸ ਦੇਸ਼ ਦੇ ਵਿੱਚ ਗੁਨਾਹ ਹੈ? ਜਾਂ ਕੀ ਮੇਰੇ ਲੈਕਚਰ ਤੋਂ ਬਾਅਦ ਜਦੋਂ ਮੈਂ ਕੌਮ ਦੇ ਉਸ ਦਰਦ ਦੀ ਗੱਲ ਕਰਦਾ ਤੇ ਕੋਈ ਉਹ ਜਿਹੜੇ ਨੌਜਵਾਨ ਨੇ ਸੰਗਠਿਤ ਹੋ ਕੇ ਕੋਈ ਹਿੰਸਾਤਮਕ ਸਾੜ ਫੂਕ ਕਰਦੇ ਨੇ? ਪਰ ਇੱਕ ਗੱਲ ਹੋਰ ਵੀ ਹੈ ਕਿ ਉਸੇ ਹੀ ਸ਼ਹਿਰ ਦੇ ਵਿੱਚ, ਇਸੇ ਦੇਸ਼ ਦੇ ਉਸ ਸ਼ਹਿਰ ਦੇ ਵਿੱਚ ਨਿਰੰਕਾਰੀ ਪ੍ਰੋਗਰਾਮ ਕਰਨ, ਸੱਚਾ ਸੌਦਾ ਸਾਧ ਜਿਸ ਨੂੰ ਝੂਠਾ ਸੌਦਾ ਵੀ ਕਿਹਾ ਜਾਂਦਾ ਹੈ, ਉਹਦੇ ਵੱਲੋਂ ਆਪਣਾ ਸਮਾਗਮ ਕੀਤਾ ਜਾਵੇ ਔਰ ਉਹ ਸਿੱਖਾਂ ਦੇ ਖਿਲਾਫ ਜਿਹੜਾ ਉਤੇਜਿਤ ਉਹਨਾਂ ਨੂੰ ਕਰਨ ਦੇ ਵਾਸਤੇ, ਭੜਕਾਉਣ ਦੇ ਵਾਸਤੇ ਵਿਖਿਆਨ ਕਰੇ। ਉਸ ਵਿਖਿਆਨ ਨੂੰ ਰੋਕਣ ਦੇ ਵਾਸਤੇ ਸਿੱਖ ਸੰਗਤਾਂ ਦੇ ਵਿੱਚੋਂ ਸਰਦਾਰ ਬਲਕਾਰ ਸਿੰਘ ਦੀ ਸ਼ਹਾਦਤ ਵੀ ਹੋ ਜਾਵੇ। ਪਰ ਅਜੇ ਤੱਕ ਉਹਨਾਂ ਦੇ ਜਿਹੜੇ ਉਹ ਕਹਿ ਸਕਦੇ ਹੋ ਕਿ ਗੁਰੂਡਮ ਨੇ, ਦੇਹਧਾਰੀ ਗੁਰੂਡਮ, ਉਹਨਾਂ ਨੂੰ ਉਸ ਸ਼ਹਿਰ ਦੇ ਵਿੱਚ ਲੈਕਚਰ ਕਰਨ ਦੀ ਕੋਈ ਪਾਬੰਦੀ ਨਹੀਂ। ਪਰ ਉਹਨਾਂ ਦੇ ਕਰਕੇ ਤਾਂ ਹਿੰਸਾ ਜਿਹੜੀ ਉਹ ਭੜਕਦੀ ਹੈ। ਪਰ
ਮੇਰੇ ਲੈਕਚਰ ਦੇ ਨਾਲ ਜਾਂ ਇਤਿਹਾਸ ਜਾਂ ਫਿਰ ਇਤਿਹਾਸ ਦੇ ਜਿਹੜੇ ਵਰਤਾਰੇ ਨੇ ਉਹ ਸਾਂਝੇ ਕਰਨ ਦੇ ਨਾਲ ਉਸ ਸ਼ਹਿਰ ਦੇ ਅਮਨ ਕਾਨੂੰਨ ਦੀ ਜਿਹੜੀ ਹਾਲਤ ਹੈ ਉਸ ਨੂੰ ਖਤਰਾ ਪੈਦਾ ਹੋ ਜਾਂਦਾ ਹੈ। ਬਸ ਗੱਲ ਇਹ ਕਿ ਡਾਕਟਰ ਉਦਯ ਨੂੰ ਲੈਕਚਰ ਕਰਨ ਦੀ ਮੁੰਬਈ ਦੇ ਵਿੱਚ ਮਨਾਹੀ ਹੈ। ਮੇਰੇ ਲੈਕਚਰ ਦੇ ਉੱਪਰ ਪਾਬੰਦੀ ਕਿਉਂ? ਜੇਕਰ ਮੈਂ ਕਦੀ ਹਵਾਲੇ ਤੋਂ ਕੋਈ ਬਿਨਾਂ ਗੱਲ ਕੀਤੀ ਹੈ ਮੇਰੇ ਤੇ ਕੇਸ ਦਰਜ ਕਰੋ, ਪਰ ਉਹ ਬੱਚੇ ਜਿਹੜੇ ਮੈਨੂੰ ਲੈਕਚਰ ਕਰਨ ਵਾਸਤੇ ਬੁਲਾਉਂਦੇ ਨੇ ਉਹਨਾਂ ਨੂੰ ਬਾਰ-ਬਾਰ ਤੁਸੀਂ ਥਾਣਿਆਂ 'ਚ ਬੁਲਾ ਕੇ ਕਿਉਂ ਤੰਗ ਕਰਦੇ ਹੋ? ਔਰ ਮੈਂ ਤਕਰੀਬਨ 10 ਸਾਲ ਤੋਂ ਉੱਥੇ ਲੈਕਚਰ ਕਰਨ ਵਾਸਤੇ ਜਾ ਰਿਹਾ ਔਰ ਪਿਛਲੇ 1-2 ਸਾਲਾਂ ਤੋਂ ਇਹ ਵਰਤਾਰੇ ਜਿਹੜੇ ਨੇ ਉਹ ਵਾਪਰਨੇ ਸ਼ੁਰੂ ਹੋਏ ਨੇ ਔਰ ਇਹਦੇ ਪਿੱਛੇ ਜਿਹੜੀ ਇਸ ਦੇਸ਼ ਦੀ ਹੁਣ ਮਾਨਸਿਕਤਾ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸੋ ਇਹ ਘਟਨਾਕ੍ਰਮ ਇਸ ਵਾਰੀ ਉਦੋਂ ਸ਼ੁਰੂ ਹੋਇਆ ਜਦੋਂ ਸਿੰਘ ਸਭਾ ਦੇ ਵੱਲੋਂ ਮੇਰਾ ਲੈਕਚਰ ਵਿਸਾਖੀ ਦੇ ਉੱਪਰ 2 ਲੈਕਚਰ ਰੱਖੇ ਗਏ। ਉਸ ਲੈਕਚਰ ਤੋਂ ਪਹਿਲਾਂ ਵੀ ਉਹਨਾਂ ਬੱਚਿਆਂ ਦੇ ਉੱਪਰ ਜਾਂ ਕੁਝ ਸਿੰਘ ਸਭਾ ਵਾਲੇ ਜਿਹੜੇ ਸਾਡੇ ਨੁਮਾਇੰਦੇ ਨੇ ਉਹਨਾਂ ਦੇ ਉੱਪਰ ਪੁਲਿਸ ਤੇ ਪ੍ਰਸ਼ਾਸਨ ਦਾ ਦਬਾਅ ਸੀ ਡਾਕਟਰ ਉਦਯ ਨੂੰ ਕਿਉਂ ਬੁਲਾਇਆ ਜਾ ਰਿਹਾ। ਸੋ ਉਹਨਾਂ ਨੇ ਜਿਹੜਾ ਕਾਲਜ ਦੇ ਵਿੱਚ ਆਰਡੀ ਐਂਡ ਐਸਐਚ ਨੈਸ਼ਨਲ ਕਾਲਜ ਹੈ ਉਹਦੇ ਵਿੱਚ ਜਿਹੜਾ ਲੈਕਚਰ ਸੀਗਾ ਉਹ ਮੇਰਾ ਰੱਖਿਆ ਗਿਆ ਔਰ ਉਸ ਲੈਕਚਰ ਦੀ ਪ੍ਰਵਾਨਗੀ ਲੈਣ ਦੇ ਵਾਸਤੇ ਉਸ ਕਾਲਜ ਦੇ ਆਡੀਟੋਰੀਅਮ ਦੇ ਵਿੱਚ 20/3/23 ਨੂੰ ਬਕਾਇਦਾ ਤੌਰ ਤੇ ਉਹਨਾਂ ਵੱਲੋਂ ਇੱਕ ਚਿੱਠੀ ਜਿਹੜੀ ਸੀ ਭੇਜੀ ਗਈ। ਇਸ ਸਕਰੀਨ ਦੇ ਉੱਪਰ ਤੁਸੀਂ ਉਸ ਲੈਕਚਰ ਦਾ ਜਿਹੜਾ ਇਸ਼ਤਿਹਾਰ ਹੈ ਉਹ ਵੀ ਵੇਖ ਸਕਦੇ ਹੋ ਔਰ ਸਿੰਘ ਸਭਾ ਦੇ ਵੱਲੋਂ ਜਿਹੜੀ 20/3/2023 ਨੂੰ ਜਿਹੜੀ ਚਿੱਠੀ ਭੇਜੀ ਗਈ ਜਿਸ ਦਾ ਨੰਬਰ 645/20/22/23 ਹੈ ਉਹਦੇ ਵਿੱਚ ਇਹੀ ਗੱਲ ਲਿਖੀ ਗਈ ਕਿ ਅਸੀਂ ਆਪਣੇ ਵੱਲੋਂ ਤੁਹਾਡਾ ਮੀਰਾ ਵਾਤੂਮਲ ਜਿਹੜਾ ਆਡੀਟੋਰੀਅਮ ਹੈ ਉਹਦੇ ਵਿੱਚ ਆਪਣਾ ਇੱਕ ਧਾਰਮਿਕ ਸਮਾਗਮ ਜਿਹੜਾ ਉਹ 15 ਅਪ੍ਰੈਲ ਨੂੰ ਕਰਨਾ ਚਾਹੁੰਦੇ ਆ ਤੇ ਉਹ ਜਿਹੜਾ ਸਮਾਗਮ ਹੈ ਉਹ ਸਾਡਾ ਸ਼ਾਮ 6 ਵਜੇ ਤੋਂ ਲੈ ਕੇ 10 ਵਜੇ ਤੱਕ ਹੋਏਗਾ ਜਿਹਦੇ ਵਿੱਚ ਇੱਕ ਸਟੇਜ ਪ੍ਰੋਗਰਾਮ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਉੱਪਰ ਇੱਕ ਨਾਟਕ ਉੱਥੋਂ ਦੀ ਟੀਮ ਨੇ ਪੇਸ਼ ਕਰਨਾ ਸੀ। ਉਹਦੇ ਤੋਂ ਬਾਅਦ 50 ਮਿੰਟ ਦਾ ਲੈਕਚਰ ਤੇ ਕੀਰਤਨ ਜਿਹੜਾ ਉਹ ਹੋਵੇਗਾ ਔਰ ਉਸ ਤੋਂ ਬਾਅਦ ਜਿਹੜੀ ਆ ਉਹ ਸੰਗਤ ਵਾਪਸ ਹੋ ਜਾਵੇਗੀ। ਉਸ ਕਾਲਜ ਦੇ ਵੱਲੋਂ ਬਕਾਇਦਾ ਤੌਰ ਦੇ ਉੱਪਰ ਉਹ ਆਡੀਟੋਰੀਅਮ ਜਿਹੜਾ ਸੀਗਾ ਇਸ ਚਿੱਠੀ ਤੋਂ ਬਾਅਦ ਜਿਹੜਾ ਸੀ ਉਹ ਬੁੱਕ ਕਰ ਦਿੱਤਾ ਗਿਆ। ਮੈਂ ਸਾਰੀ ਚਿੱਠੀ ਪੜ੍ਹ ਕੇ ਤੁਹਾਨੂੰ ਦੱਸ ਵੀ ਦਿੱਤੀ ਹੈ ਜੋ ਉਸ ਚਿੱਠੀ ਦਾ ਅਸਲ ਉਹਦੇ ਵਿੱਚ ਜੋ ਚਿੱਠੀ ਤੋਂ ਪ੍ਰਵਾਨਗੀ ਲੈਣ ਦਾ ਜਿਹੜਾ ਮਕਸਦ ਸੀ ਗੁਰਦੁਆਰਾ ਸਿੰਘ ਸਭਾ ਦਾ ਔਰ ਉਹ ਚਿੱਠੀ ਤੁਸੀਂ ਸਕਰੀਨ ਦੇ ਉੱਪਰ ਵੀ ਉਹ ਪੜ੍ਹ ਸਕਦੇ ਹੋ। ਸੋ ਸੋਸ਼ਲ ਮੀਡੀਆ ਦੇ ਵਿੱਚ ਬਕਾਇਦਾ ਤੌਰ ਤੇ ਪੋਸਟਰ ਆ ਚੁੱਕਾ ਸੀ ਤੇ ਜਿੰਨੇ ਵੀ ਹੋਰ ਉੱਥੋਂ ਦੇ ਕਹਿ ਸਕਦੇ ਹੋ ਕਿ WhatsApp ਗਰੁੱਪ ਨੇ ਜਾਂ ਫਿਰ ਕਾਲਜ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ ਸਾਰਿਆਂ ਤੱਕ ਕਿ ਉੱਥੇ ਕਿਹੜਾ ਜਿਹੜਾ ਇਵੈਂਟ ਹੋਣ ਜਾ ਰਿਹਾ ਉਹਦੇ ਬਕਾਇਦਾ ਤੌਰ ਤੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਇੱਕ ਲੈਕਚਰ ਹੋਵੇਗਾ, ਕੀਰਤਨ ਹੋਵੇਗਾ ਔਰ ਇੱਕ ਨਾਟਕ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਉੱਪਰ ਹੋਵੇਗਾ ਔਰ ਇਸ ਦਾ ਬਕਾਇਦਾ ਤੌਰ ਤੇ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਸੀ ਪ੍ਰਚਾਰ ਉਹ ਕਰ ਦਿੱਤਾ ਗਿਆ। ਉਸ ਚਿੱਠੀ ਤੋਂ ਬਾਅਦ ਜਿਹੜੀ ਕਾਲਜ ਦੀ ਜਿਹੜੀ ਕਮੇਟੀ ਸੀ ਉਹਦੇ ਵੱਲੋਂ ਬਕਾਇਦਾ ਤੌਰ ਤੇ ਉਸ ਚਿੱਠੀ ਦੀ ਰਿਸੀਵਿੰਗ ਵੀ ਦਿੱਤੀ ਗਈ ਜਿਸ ਦੀ ਕਿ ਸਟੈਂਪ ਬਕਾਇਦਾ ਤੌਰ ਤੇ ਉੱਪਰ ਚਿੱਠੀ ਉੱਪਰ ਲੱਗੀ ਹੋਈ ਹੈ। ਉਸ ਤੋਂ ਬਾਅਦ ਇਸ ਲੈਕਚਰ ਕਰਨ ਦੀ ਪ੍ਰਵਾਨਗੀ ਜਿਹੜੀ ਸੀ ਉਸ ਕਾਲਜ ਦੇ ਵੱਲੋਂ ਦੇ ਦਿੱਤੀ ਗਈ ਤੇ ਜਿੰਨੀ ਉਹਨਾਂ ਦੇ ਆਡੀਟੋਰੀਅਮ ਦੀ ਫੀਸ ਸੀ ਉਹ ਬਕਾਇਦਾ ਤੌਰ ਤੇ ਸਿੰਘ ਸਭਾ ਦੇ ਵੱਲੋਂ ਭੇਜ ਦਿੱਤੀ ਗਈ ਜਿਸ ਦਾ ਤੁਸੀਂ ਉਹ ਬੈਕ ਡਰਾਫਟ ਹੋਇਆ ਮੇਰੇ ਕੋਲੋਂ ਵੇਖ ਸਕਦੇ ਹੋ। ਇਹ ਸਾਰੀ ਫੀਸ ਲੈਣ ਤੋਂ ਬਾਅਦ ਉੱਥੋਂ ਦੇ ਕਾਲਜ ਨੇ ਜਿਹੜੀ ਸੀਗੀ ਉਹ ਪ੍ਰਵਾਨਗੀ ਦੇ ਵਾਸਤੇ ਜਿਹੜੀ ਸੀਗੀ ਇਹ ਆਪਣੀ ਸਿੰਘ ਸਭਾ ਨੂੰ ਸੂਚਨਾ ਵੀ ਦੇ ਦਿੱਤੀ ਕਿ ਤੁਸੀਂ ਉਸ ਦਿਨ ਆਪਣਾ ਜਿਹੜਾ ਹੈ ਉਹ ਲੈਕਚਰ ਕਰ ਸਕਦੇ ਹੋ। ਸਿੰਘ ਸਭਾ ਨੇ ਬਕਾਇਦਾ ਤੌਰ ਤੇ ਉੱਪਰ ਕੀਰਤਨੀ ਜਥਾ, ਨਾਟਕ ਦੀ ਟੀਮ ਜਾਂ ਮੇਰਾ ਲੈਕਚਰ ਜਿਹੜਾ ਸੀਗਾ ਉਹ ਸਾਰਿਆਂ ਦੀ ਬੁਕਿੰਗ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਉੱਥੇ ਬੁਲਾਇਆ ਗਿਆ ਔਰ ਤਕਰੀਬਨ ਇੱਕ ਵੱਡਾ ਖਰਚਾ ਸੀ ਕਿ ਕੀਰਤਨੀ ਜਥੇ ਨੂੰ ਬੁਲਾਉਣਾ, ਨਾਟਕ ਦੀ ਟੀਮ ਨੂੰ ਬੁਲਾਉਣਾ, ਮੈਨੂੰ ਬੁਲਾਉਣਾ, ਸਾਰੇ ਤਕਰੀਬਨ ਬਾਈ 에ਅਰ ਗਏ ਤੇ ਤਕਰੀਬਨ 3000 ਤੋਂ ਵੱਧ ਕਿਹਾ ਜਾਂਦਾ ਹੈ ਕਿ ਸੰਗਤ ਦਾ ਜਿਹੜਾ ਸੀਗਾ ਉੱਥੇ ਪ੍ਰਬੰਧ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਵਿਦਿਆਰਥੀ ਸੀ ਕਿ ਜਿਨ੍ਹਾਂ ਨੂੰ ਇਹ ਦੱਸਿਆ ਜਾ ਸਕੇ ਕਿ ਅਕਾਲੀ ਫੂਲਾ ਸਿੰਘ ਜਿਹੜੇ ਸੀਗੇ ਉਹ ਸਿੱਖ ਇਤਿਹਾਸ ਦੇ ਵਿੱਚ ਆਪਣਾ ਕੀ ਸਥਾਨ ਰੱਖਦੇ ਨੇ ਜਾਂ ਫਿਰ ਉਹਨਾਂ ਦੇ ਸਿੱਖ ਰਾਜ ਦੀ ਕਾਇਮੀ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਆਪਣਾ ਯੋਗਦਾਨ ਪਾਇਆ। ਵਿਸਾਖੀ ਪ੍ਰਗਟ ਦਿਹਾੜੇ ਦੇ ਉੱਪਰ ਯਾਨੀ ਕਿ 13 ਤੇ 14 ਤਰੀਕ ਨੂੰ ਮੇਰੇ 2 ਦਿਨ ਉੱਥੇ ਲੈਕਚਰ ਹੋਏ ਨੇ। ਉਸ ਸਮੇਂ ਦੌਰਾਨ ਵੀ 2 ਬੱਚੇ ਜਿਹੜੇ ਸੀ ਪੁਲਿਸ ਦੇ ਵੱਲੋਂ ਚੁੱਕ ਲਏ ਗਏ ਔਰ ਬਕਾਇਦਾ ਤੌਰ ਤੇ ਉਹਨਾਂ ਨੂੰ ਥਾਣੇ ਵਿੱਚ ਸੱਦ ਕੇ ਇੱਕ ਬੱਚਾ ਸਿਮਰਨ ਸਿੰਘ ਤੇ ਇੱਕ ਦਾ ਨਾਂ ਅਸ਼ਮੀਤ ਸਿੰਘ ਨੂੰ ਬਕਾਇਦਾ ਦੇ ਤੌਰ ਤੇ ਤੰਗ ਕੀਤਾ ਗਿਆ ਔਰ ਉੱਥੋਂ ਤੱਕ ਕਿ ਜਦੋਂ ਮੈਂ ਲੈਕਚਰ ਕਰ ਰਿਹਾ ਸੀ ਉੱਥੇ ਵੀ ਆਦਮੀ ਭੇਜੇ ਗਏ ਔਰ ਉਦੋਂ ਤੋਂ ਬਾਅਦ ਪ੍ਰਬੰਧਕਾਂ ਨੂੰ ਇਹ ਗੱਲ ਵੀ ਸੁਨੇਹਾ ਭੇਜਿਆ ਗਿਆ ਕਿ ਜੋ ਕੁਝ ਡਾਕਟਰ ਉਦਯ ਨੇ ਬੋਲਿਆ ਹੈ ਉਸ ਦੀ ਸਾਨੂੰ ਟਰਾਂਸਲੇਸ਼ਨ ਕਰਕੇ ਜਿਹੜੀ ਉਹ ਭੇਜੀ ਜਾਵੇ ਕਿ ਉਹਨੇ ਕਿਸ ਵਿਸ਼ੇ ਦੇ ਉੱਪਰ ਬੋਲਿਆ। ਬੇਸ਼ੱਕ ਇੱਥੇ ਜਿਹੜੇ ਮੈਂ ਲੈਕਚਰ ਕੀਤੇ ਇਹਨਾਂ ਦੇ ਮੇਰੇ ਵਿਸ਼ੇ ਜਿਹੜੇ ਸੀਗੇ 5 ਕਕਾਰ, ਸਰਬੱਤ ਖਾਲਸਾ ਅਤੇ 5 ਪਿਆਰੇ ਸਹਿਬਾਨ, ਇਹਨਾਂ ਦੇ ਉੱਪਰ ਜਿਹੜੇ ਸੀਗੇ ਮੇਰੇ ਲੈਕਚਰ ਸੀ
ਔਰ ਅਚਾਨਕ ਕੀ ਹੋਇਆ ਕਿ ਜਦੋਂ 16 ਤਰੀਕ ਨੂੰ ਜਿਸ ਦਿਨ ਲੈਕਚਰ ਕਰਨਾ ਸੀ, ਇਹ ਬੁਕਿੰਗ ਦੇ ਤਕਰੀਬਨ 25 ਦਿਨ ਬਾਅਦ, ਜਿਸ ਦਿਨ ਮੈਂ ਲੈਕਚਰ ਕਰਨਾ ਸੀ 15 ਅਪ੍ਰੈਲ 2023 ਨੂੰ ਇੱਕ ਚਿੱਠੀ ਜਿਹੜੀ ਹੈ ਕਾਲਜ ਦੇ ਵੱਲੋਂ ਜਿਹੜੀ ਹੈ ਉਹ ਸਿੰਘ ਸਭਾ ਨੂੰ ਭੇਜ ਦਿੱਤੀ ਜਾਂਦੀ ਹੈ, ਜਿਹਦਾ ਰੈਫਰੈਂਸ ਨੰਬਰ 2962 ਹੈ, ਜਿਹੜੀ ਚਿੱਠੀ ਤੁਸੀਂ ਸਕਰੀਨ ਦੇ ਉੱਪਰ ਵੇਖ ਸਕਦੇ ਹੋ। ਔਰ ਇਸ ਚਿੱਠੀ ਦੇ ਵਿੱਚ ਲਿਖਿਆ ਗਿਆ ਕਿ ਤੁਹਾਡਾ ਜਿਹੜੀ ਬੁਕਿੰਗ ਸੀ ਉਸ ਨੂੰ ਕੈਂਸਲ ਕੀਤਾ ਜਾ ਰਿਹਾ ਹੈ, ਕਿਉਂਕਿ ਜਿਹੜਾ ਲੈਕਚਰ ਕਰਵਾਇਆ ਜਾਣਾ ਹੈ ਹਾਇਰ ਅਥਾਰਟੀਜ਼ ਦੇ ਵੱਲੋਂ ਸਾਨੂੰ ਇਹ ਦੱਸਿਆ ਗਿਆ ਹੈ ਕਿ ਇਨ ਲੈਕਚਰ ਦੇ ਨਾਲ ਜਾਂ ਇਸ ਪ੍ਰੋਗਰਾਮ ਦੇ ਨਾਲ ਜਿਹੜਾ ਹੈ ਉਹ ਇਸ ਸ਼ਹਿਰ ਦੀ ਜਿਹੜਾ ਉਹਨਾਂ ਲਿਖਿਆ ਵਾ ਕਿ ਲਾ ਐਂਡ ਆਰਡਰ ਮੇਨਟੇਨੈਂਸ ਇੰਸਟਰਕਸ਼ਨ ਜਿਹੜੀਆਂ ਨੇ ਉਹਨਾਂ ਦੇ ਕਰਕੇ ਜਿਹੜਾ ਵਾ ਉਹ ਕੈਂਸਲ ਕੀਤਾ ਜਾ ਰਿਹਾ, ਕਿਉਂਕਿ ਸਾਨੂੰ ਹਾਇਰ ਅਥਾਰਟੀਜ਼ ਵੱਲੋਂ ਕਿਹਾ ਗਿਆ ਕਿ ਲਾ ਐਂਡ ਆਰਡਰ ਦੀ ਮੇਨਟੇਨੈਂਸ ਦੀ ਜਿਹੜੀ ਸਮੱਸਿਆ ਉਹ ਇਸ ਸ਼ਹਿਰ ਦੇ ਵਿੱਚ ਜਿਹੜੀ ਉਹ ਪੈਦਾ ਹੋ ਸਕਦੀ ਹੈ। ਇੱਕ ਜਾਣਕਾਰ ਦੇ ਰਾਹੀਂ ਮੈਂ ਪਤਾ ਕਰਨਾ ਚਾਹਿਆ ਕਿ ਦਰਅਸਲ ਇਤਰਾਜ਼ ਕੀ ਹੈ। ਜਦੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਗੱਲ ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਇਤਰਾਜ਼ ਨਹੀਂ ਹੈ ਡਾਕਟਰ ਉਦੋਕੇ ਦੇ ਉੱਪਰ, ਸਗੋਂ ਕਾਲਜ ਨੂੰ ਇਤਰਾਜ਼ ਹੈ। ਪਰ ਜਦੋਂ ਕਾਲਜ ਨੂੰ ਇਸ ਗੱਲ ਤੋਂ ਪੁੱਛਿਆ ਗਿਆ ਕਿ ਕੀ ਇਤਰਾਜ਼ ਹੈ, ਤੇ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਇਤਰਾਜ਼ ਹੈ ਕਿ ਅਸੀਂ ਉਸ ਦਾ ਲੈਕਚਰ ਜਿਹੜਾ ਉਹ ਇਸ ਕਾਲਜ ਦੇ ਵਿੱਚ ਨਹੀਂ ਕਰਨ ਦੇਣਾ। ਸੋ ਇਹ ਸਾਡੇ ਹਾਲਾਤ ਨੇ ਕਿ ਸੋਸ਼ਲ ਮੀਡੀਆ ਦੇ ਉੱਪਰ ਲਿਖਣ ਤੋਂ ਬੰਦ ਕਰ ਦਿੱਤਾ ਜਾਂਦਾ ਹੈ, ਆਪਣੀ ਗੱਲ ਰੱਖਣ ਦੇ ਜਿਹੜੇ ਸਾਡੇ ਸਮਾਜਿਕ ਮਾਧਿਅਮ ਨੇ ਉਹਨਾਂ ਦੇ ਉੱਪਰ ਸਾਨੂੰ ਕਿਸੇ ਤਰ੍ਹਾਂ ਦੀ ਆਜ਼ਾਦੀ ਨਹੀਂ, ਉਹਨਾਂ ਦੇ ਉੱਪਰ ਵੀ ਸਾਨੂੰ ਬਲੌਕ ਕਰ ਦਿੱਤਾ ਜਾਂਦਾ ਹੈ। ਜਿਹੜੇ ਸਾਡੇ ਸਮਾਜਿਕ ਮਾਧਿਅਮ ਨੇ ਉਹ ਜਿਹੜੇ ਨੇ ਸਰਕਾਰ ਦੇ ਵੱਲੋਂ ਜਿਹੜੇ ਨੇ ਬੈਨ ਕਰ ਦਿੱਤੇ ਜਾਂਦੇ ਨੇ, ਤੇ ਜੇਕਰ ਸੰਗਤ ਦੇ ਵਿੱਚ ਜਾ ਕੇ ਗੱਲ ਕਰਨ ਦਾ ਯਤਨ ਕੀਤਾ ਜਾਂਦਾ ਹੈ ਕਿ ਆਪਣੇ ਵਿਰਸੇ ਤੋਂ, ਆਪਣੇ ਇਤਿਹਾਸ ਨੂੰ, ਆਪਣੀ ਕੌਮ ਨੂੰ ਜਾਗਰੂਕ ਕਰਵਾ ਸਕੀਏ, ਤੇ ਉੱਥੇ ਫਿਰ ਜਿਹੜਾ ਪੁਲਿਸ ਤੇ ਪ੍ਰਸ਼ਾਸਨ ਜਿਹੜਾ ਉਹ ਸੰਬੰਧਿਤ ਸੰਸਥਾਵਾਂ, ਜਿਨ੍ਹਾਂ ਸੰਸਥਾਵਾਂ ਦੇ ਵਿੱਚ ਉਹ ਲੈਕਚਰ ਰੱਖੇ ਹੁੰਦੇ ਨੇ, ਉਹਨਾਂ ਦੇ ਕੋਲੋਂ ਉਹ ਲੈਕਚਰ ਜਿਹੜੇ ਨੇ ਉਹ ਕੈਂਸਲ ਕਰਵਾ ਦਿੰਦਾ ਹੈ, ਉਹ ਜਿਹੜੀ ਬੁਕਿੰਗ ਹੈ ਕੈਂਸਲ ਕਰ ਦਿੱਤੀ ਜਾਂਦੀ ਹੈ। ਔਰ ਦੂਸਰੇ ਪਾਸੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਵੀ ਉਹਨਾਂ ਦਾ ਵਤੀਰਾ ਕੋਈ ਚੰਗਾ ਨਹੀਂ ਹੁੰਦਾ, ਕਿਉਂਕਿ ਜਿਸ ਵੇਲੇ ਸਿੰਘ ਸਭਾ ਮੁੰਬਈ ਦੇ ਵੱਲੋਂ ਪੁਲਿਸ ਤੱਕ ਪਹੁੰਚ ਕੀਤੀ ਗਈ ਤਾਂ ਪਹਿਲਾਂ ਜਿਸ ਥਾਣੇ ਦੇ ਵਿੱਚ, ਖਾਰ ਥਾਣੇ ਦੇ ਵਿੱਚ ਜਿਹੜਾ ਪੁਲਿਸ ਸਟੇਸ਼ਨ ਖਾਰ ਹੈ, ਉਹਦੇ ਵਿੱਚ ਜਿਹੜਾ ਸੀਨੀਅਰ ਆਫੀਸਰ ਸੀ ਉਹਦੇ ਨਾਲ ਗੱਲ ਕੀਤੀ ਗਈ ਤੇ ਉਸਨੇ ਕਿਹਾ ਕਿ ਇਹ ਗੱਲ ਮੇਰੇ ਪੱਧਰ ਦੀ ਨਹੀਂ ਹੈ, ਇਹ ਗੱਲ ਵੱਡੇ ਪੱਧਰ ਤੋਂ ਆਈ ਹੈ ਕਿ ਉਸ ਦਾ ਲੈਕਚਰ ਇੱਥੇ ਨਹੀਂ ਕਰਨ ਦੇਣਾ। ਉਸ ਤੋਂ ਬਾਅਦ ਸਿੰਘ ਸਭਾ ਦੇ ਜਿਹੜੇ ਨੁਮਾਇੰਦੇ ਨੇ ਉਹ ਜਦੋਂ ਵੱਡੇ ਆਫੀਸਰ ਦੇ ਜਿਹੜੇ ਹਾਈ ਅਫੀਸ਼ੀਅਲਸ ਨੇ ਉਹਨਾਂ ਦੇ ਜਦੋਂ ਉਹਨਾਂ ਦੇ ਦਫ਼ਤਰ ਗਏ ਤੇ ਉਹਨਾਂ ਦਾ ਰਵੱਈਆ ਇੰਨਾ ਮਾੜਾ ਸੀ ਕਿ ਪਹਿਲਾਂ ਤਾਂ ਸਾਰੀ ਪ੍ਰਬੰਧਕ ਕਮੇਟੀ ਜਿਹੜੇ ਕਿ ਮੁੰਬਈ ਦੇ ਕਹਿ ਸਕਦੇ ਹੋ ਕਿ ਨੁਮਾਇੰਦਾ ਜਿਹੜੀਆਂ ਸਿੱਖ ਸ਼ਖਸੀਅਤਾਂ ਨੇ ਉਹਨਾਂ ਨੂੰ ਲੰਬਾ ਸਮਾਂ ਬਿਠਾ ਕੇ ਰੱਖਿਆ। ਉਸ ਤੋਂ ਬਾਅਦ ਉਹਨਾਂ ਦੀ ਗੱਲ ਵੀ ਨਾ ਸੁਣੀ ਗਈ ਤੇ ਜਿਹੜਾ ਦਫ਼ਤਰ ਸੀ ਉਸ ਦੇ ਵਿੱਚੋਂ ਉੱਠ ਕੇ ਜਿਹੜਾ ਉਹ ਵੱਡਾ ਆਫੀਸਰ ਸੀ ਬਾਹਰ ਚਲਾ ਗਿਆ। ਤੇ ਬਾਹਰ ਜਾਂਦੇ ਨੂੰ ਜਦੋਂ ਸਿੰਘ ਸਭਾ ਦੇ ਇੱਕ ਨੁਮਾਇੰਦੇ ਨੇ ਪੁੱਛਿਆ ਕਿ ਤੁਸੀਂ ਸਾਡਾ ਪ੍ਰੋਗਰਾਮ ਕੈਂਸਲ ਕਿਉਂ ਕਰਨਾ ਚਾਹੁੰਦੇ ਹੋ, ਤੇ ਉਸਨੇ ਬੜਾ ਸਪਸ਼ਟ ਕਿਹਾ ਕਿ ਮੈਨੇ ਕਹਿ ਦਿਆ ਨਾ ਇਹ ਪ੍ਰੋਗਰਾਮ ਨਹੀਂ ਹੋ ਸਕਦਾ। ਸੋ ਇਹ ਹਾਲਾਤ ਨੇ ਸਾਡੇ ਕਿ ਅਸੀਂ ਅੱਜ ਆਪਣੇ ਜਿਹੜੇ ਸਾਡੇ ਸਿੱਖਾਂ ਦੇ ਉਹ ਸ਼ਹੀਦ ਜਿਨ੍ਹਾਂ ਦੇ ਕਰਕੇ ਖਾਲਸਾ ਰਾਜ ਦੀ ਕਾਇਮੀ ਹੋਈ, ਜਾਂ ਫਿਰ ਮੈਂ ਉਹਨਾਂ ਸ਼ਬਦਾਂ 'ਚ ਕਹਾਂ ਕਿ ਜਿਹੜੀ ਗੱਲ ਸਰਦਾਰ ਕਪੂਰ ਸਿੰਘ ਕਿਹਾ ਕਰਦੇ ਸੀ ਕਿ ਇਸ ਦੇਸ਼ ਦੇ ਵਾਸਤੇ ਪੰਜਾਬ ਸਿੱਖਾਂ ਵੱਲੋਂ ਦਿੱਤਾ ਹੋਇਆ ਇੱਕ ਤੋਹਫਾ ਹੈ, ਤੇ ਉਸ ਤੋਹਫੇ ਦਾ ਨਜ਼ਾਰਾ ਅਸੀਂ ਅੱਜ ਵੇਖ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਅਕਿਰਤ ਘਣਤਾ ਹੈ ਉਹ ਇਹਨਾਂ ਦੇ ਵੱਲੋਂ ਵਿਖਾਈ ਜਾ ਰਹੀ ਹੈ। ਇਸ ਤੋਂ ਬਲਾ ਸਿੰਘ ਸਭਾ ਜਿਹੜੀ ਹੈ ਮੁੰਬਈ ਉਹਦੇ ਵੱਲੋਂ ਬਕਾਇਦਾ ਤੌਰ ਤੇ ਇੱਕ ਚਿੱਠੀ ਵੀ ਲਿਖੀ ਗਈ ਪੁਲਿਸ ਪ੍ਰਸ਼ਾਸਨ ਨੂੰ ਕਿ ਸਾਨੂੰ ਇਤਰਾਜ਼ ਤਾਂ ਦੱਸੋ, ਇੰਨਾ ਖਰਚ ਕੀਤਾ ਹੈ, ਲੈਕਚਰ ਕਰਨ ਦੇ ਵਾਸਤੇ ਬੁਲਾਇਆ ਹੈ, ਕਾਲਜ ਦੇ ਕੋਲੋਂ ਪਰਮਿਸ਼ਨ ਲਈ ਹੈ, ਤੁਹਾਡੇ ਜਿਹੜੇ ਆਫੀਸਰ ਕਹਿ ਰਹੇ ਨੇ ਕਿ ਲੈਕਚਰ ਕਰਨ ਨਹੀਂ ਦੇਣਾ, ਸਾਨੂੰ ਕੋਈ ਇਤਰਾਜ਼ ਤਾਂ ਦੱਸਿਆ ਜਾਵੇ ਕਿ ਲੈਕਚਰ ਕਰਨ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਅਮਨ ਕਾਨੂੰਨ ਦੀ ਹਾਲਤ ਨੂੰ ਖਤਰਾ ਪੈਦਾ ਹੁੰਦਾ ਹੈ। ਔਰ ਇਸ ਚਿੱਠੀ ਦੀ ਵੀ ਬਕਾਇਦਾ ਥਾਣੇ ਦੇ ਵਿੱਚ ਰਿਸੀਵਿੰਗ ਤਾਂ ਕੀਤੀ ਗਈ ਪਰ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਾ ਦਿੱਤਾ ਗਿਆ। ਅਖੀਰ ਦੇ ਉੱਪਰ ਜਦੋਂ ਇਹ ਗੱਲ ਸਪਸ਼ਟ ਹੋ ਗਈ ਕਿ ਉਹਨਾਂ ਨੇ ਇਸ ਲੈਕਚਰ ਨੂੰ ਜਾਂ ਇਸ ਇਤਿਹਾਸ ਨੂੰ ਸੰਗਤ ਦੇ ਨਾਲ ਸਾਂਝਾ ਨਹੀਂ ਕਰਨ ਦੇਣਾ, ਤੇ ਅਖੀਰ ਫਿਰ ਸਿੰਘ ਸਭਾ ਨੂੰ ਇਹ ਸੁਨੇਹਾ ਜਿਹੜਾ ਸੀ ਜਗ੍ਹਾ ਦੇ ਉੱਪਰ ਲਾ ਕੇ ਦਿੱਤਾ ਗਿਆ ਕਿ ਕੁਝ ਸਮੱਸਿਆਵਾਂ ਦੇ ਕਰਕੇ ਅਸੀਂ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਮੁਲਤਵੀ ਕਰ ਰਹੇ ਹਾਂ। ਬੇਸ਼ੱਕ ਕਿ ਉੱਥੇ ਇੰਨੀ ਵੱਡੀ ਨੌਜਵਾਨਾਂ ਦੀ ਗਿਣਤੀ ਸੀ, ਕੁਝ ਨੌਜਵਾਨ ਥੋੜੇ ਗਰਮਜੋਸ਼ੀ ਵਿੱਚ ਵੀ ਸਨ, ਉਹ ਚਾਹੁੰਦੇ ਸੀ ਕਿ ਕਾਲਜ ਦੇ ਬਾਹਰ ਕੋਈ ਮੁਜ਼ਾਹਰਾ ਕੀਤਾ ਜਾਵੇ ਜਾਂ ਉੱਥੇ ਥੋੜਾ ਜਿਹਾ ਸਰਗਰਮੀ ਕੋਈ ਵਿਖਾਈ ਜਾਵੇ। ਪਰ ਉੱਥੇ ਮੇਰਾ ਜਿਹੜਾ ਮਕਸਦ ਸੀ ਉਹਨਾਂ ਦਾ ਸਿੰਘ ਸਭਾ ਦੇ ਨਾਲ ਵੀ ਗੱਲ ਕਰਨ ਦਾ ਕਿ ਸ਼ਾਇਦ ਉਹ ਇਹੀ ਚਾਹੁੰਦੇ ਨੇ ਕਿ ਜਿਹੜੇ ਸਾਡੇ ਨੌਜਵਾਨ ਆ ਭੜਕਾਹਟ ਦੇ ਵਿੱਚ ਆਉਣ ਤੇ ਅਸੀਂ ਕਿਸੇ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਦਾ ਫਿਰ ਪੰਜਾਬ ਦੇ ਵਾਂਗੂ ਜਿਹੜਾ ਉਹ ਸ਼ਿਕਾਰ ਖੇਡ ਸਕੀਏ। ਸੋ ਇਸ ਤਰ੍ਹਾਂ ਦੇ ਨਾਲ ਜਿਹੜੇ ਹਾਲਾਤ ਨੇ ਉਹ ਪੈਦਾ ਕੀਤੇ ਜਾ ਰਹੇ ਨੇ। ਹੁਣ ਜਿਹੜੀ ਸਮੱਸਿਆ ਤਾਂ ਇਹ ਹੈ ਕਿ ਜਿਸ ਵੀ ਮਾਧਿਅਮ ਦੇ ਰਾਹੀਂ ਤੁਸੀਂ ਆਪਣੀ ਗੱਲ ਰੱਖਣਾ ਚਾਹੁੰਦੇ ਹੋ, ਫੇਸਬੁੱਕ ਦੇ ਰਾਹੀਂ ਗੱਲ ਰੱਖਣਾ ਚਾਹੁੰਦੇ ਹੋ, ਉਸ ਨੂੰ ਬੰਦ ਕਰ ਦਿੱਤਾ ਜਾਂਦਾ। YouTube ਦੇ ਰਾਹੀਂ ਆਪਣੀ ਗੱਲ ਰੱਖਣਾ ਚਾਹੁੰਦੇ ਹੋ, ਉਸ ਬਾਰੇ ਬੰਦ ਰੱਖਣਾ ਕਰ ਦਿੱਤਾ ਜਾਂਦਾ। ਜੇ ਤੁਸੀਂ ਆਪਣੀ ਕੌਮ ਦੇ ਸ਼ਹੀਦਾਂ ਦੇ ਬਾਰੇ ਬੋਲਣਾ ਚਾਹੁੰਦੇ ਹੋ ਤੇ ਪੁਲਿਸ ਤੇ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਲੈਕਚਰ ਨੇ ਤੁਹਾਡੇ ਕਰਨ ਦੇ ਉੱਪਰ ਪਾਬੰਦੀ ਲਗਾ ਦਿੱਤੀ ਜਾਂਦੀ ਹੈ, ਤੇ ਫਿਰ ਹੋਰ ਗੁਲਾਮੀ ਕਿਸ ਨੂੰ ਕਿਹਾ ਜਾਂਦਾ ਹੈ। ਹੋ ਸਕਦਾ ਇਸ ਤੋਂ ਬਾਅਦ YouTube ਵੀ ਬੰਦ ਕਰ ਦੇਣ, ਪਰ ਮੈਨੂੰ ਹੁਣ
ਇਸ ਤੇ ਕੋਈ ਕਹਿੰਦੇ ਆ ਕਿ ਕੋਈ ਰੰਜ ਨਹੀਂ ਹੈ, ਬੰਦ ਕਰਨਾ ਤੇ ਕਰ ਦੇਣ, ਕੋਈ ਇਤਰਾਜ਼ ਨਹੀਂ ਹੈ, ਕੇਸ ਦਰਜ ਕਰ ਲਓ। ਪਰ ਤੁਸੀਂ ਇੰਨੇ ਵੱਡੇ ਸੱਚ ਨੂੰ ਕਿਵੇਂ ਦਬਾਓਗੇ ਕਿ ਅੱਜ ਜੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹੋ ਤਾਂ ਇਸ ਆਜ਼ਾਦੀ ਦਾ ਨਿੱਘ ਤੁਹਾਨੂੰ ਮਾਣਨ ਦਾ ਜੇਕਰ ਆਨੰਦ ਦਾ ਮੌਕਾ ਮਿਲ ਰਿਹਾ ਹੈ ਤੇ ਉਹਦੇ ਪਿੱਛੇ 121 ਦੇ ਵਿੱਚੋਂ 93 ਸਿਰ ਸਾਡੇ ਲੱਗੇ ਨੇ। ਇਸ ਦੇਸ਼ ਦੀ ਆਜ਼ਾਦੀ ਦੇ ਵਾਸਤੇ 90% ਤੋਂ ਵੱਧ ਸ਼ਹਾਦਤਾਂ ਸਾਡੀਆਂ ਨੇ ਤੇ ਤੁਸੀਂ ਇੰਨੀ ਅਕਿਰਤ ਘਣਤਾ ਦਾ ਵਿਖਾਵਾ ਕਿਉਂ ਕਰ ਰਹੇ ਹੋ? ਭਾਈ ਸਾਹਿਬ ਭਾਈ ਗੁਰਦਾਸ ਤਾਂ ਕਹਿੰਦੇ ਨੇ ਕਿ ਭਾਰੇ ਭੋਈ ਅਕਿਰਤ ਘਣ ਮੰਦੀ ਹੂ ਮੰਦੇ, ਅਕਿਰਤ ਘਣ ਦਾ ਭਾਰ ਤਾਂ ਧਰਤੀ ਵੀ ਨਹੀਂ ਝੱਲਦੀ ਤੇ ਤੁਸੀਂ ਉਹਨਾਂ ਦੇ ਨਾਲ ਇੰਨੀ ਅਕਿਰਤ ਘਣਤਾ ਵਿਖਾ ਰਹੇ ਹੋ ਕਿ ਜਿਨ੍ਹਾਂ ਨੇ ਤੁਹਾਨੂੰ ਰਾਜ ਲੈ ਕੇ ਵੀ ਦਿੱਤਾ ਤੇ ਅੱਜ ਚੀਨ ਤੇ ਪਾਕਿਸਤਾਨ ਦੀਆਂ ਸਰਹੱਦਾਂ ਦੇ ਉੱਪਰ ਵੀ ਤੁਹਾਡੇ ਰਾਜ ਦੀ ਰੱਖਿਆ ਕਰਨ ਦੇ ਵਾਸਤੇ ਆਪਣੇ ਸਿਰ ਦੇ ਰਹੇ ਨੇ ਤੇ ਤੁਸੀਂ ਉਸ ਕੌਮ ਦੇ ਨੁਮਾਇੰਦਿਆਂ ਦੇ ਨਾਲ ਜਦੋਂ ਤੁਸੀਂ ਇਸ ਤਰ੍ਹਾਂ ਦਾ ਅਹਿਸਾਸ ਕਰਵਾ ਰਹੇ ਹੋ ਤਾਂ ਫਿਰ ਤੁਸੀਂ ਆਪ ਸੋਚੋ ਕਿ ਉਸ ਕੌਮ ਦੇ ਵਾਸਤੇ ਅਗਲਾ ਰਸਤਾ ਕਿਹੜਾ ਹੋਵੇਗਾ। ਮੈਂ ਤੇ ਹੈਰਾਨ ਸੀ ਕਿ ਪਿਛਲੇ ਸਮਿਆਂ ਦੇ ਵਿੱਚ ਉੱਥੋਂ ਦੇ ਕੁਝ ਬਜ਼ੁਰਗ ਨੁਮਾਇੰਦੇ ਜਿਹੜੇ ਕਿਹਾ ਕਰਦੇ ਸੀ ਕਿ ਸਵੈ ਨਿਰਣੇ ਦੀ ਗੱਲ ਜਿਹੜੀ ਕਰਨ ਵਾਲੇ ਸਿੱਖ ਨੇ ਭੜਕਾਉਂਦੇ ਨੇ ਤੇ ਇਸ ਵਾਰੀ ਉਹ ਖੁਦ ਕਹਿ ਰਹੇ ਸੀਗੇ ਕਿ ਜੇਕਰ ਸਾਨੂੰ ਆਪਣੇ ਇਤਿਹਾਸ ਨੂੰ ਵੀ ਸੰਗਤ ਦੇ ਨਾਲ ਨਹੀਂ ਸਾਂਝਾ ਕਰਨ ਦੇਣਾ ਤਾਂ ਫਿਰ ਜਿਹੜੇ ਵੀਰ ਸਵੈ ਨਿਰਣੇ ਦੀ ਗੱਲ ਕਰਨੇ ਨੇ ਉਹ ਬਿਲਕੁਲ ਸੱਚ ਕਰ ਰਹੇ ਨੇ। ਜਦੋਂ ਉਹਨਾਂ ਨੇ ਮੇਰੇ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਅਫਸੋਸ ਹੈ ਅਸੀਂ ਤੁਹਾਨੂੰ ਬੁਲਾਇਆ ਸੀ ਪਰ ਅਸੀਂ ਲੈਕਚਰ ਨਹੀਂ ਕਰਵਾ ਸਕੇ। ਮੈਂ ਕਿਹਾ ਮੈਨੂੰ ਕੋਈ ਅਫਸੋਸ ਨਹੀਂ, ਮੈਨੂੰ ਬਿਲਕੁਲ ਅਫਸੋਸ ਨਹੀਂ, ਮੈਨੂੰ ਮਾਣ ਹੈ ਇਸ ਗੱਲ ਤੇ ਕਿ ਮੇਰੀ ਕੌਮ ਦੇ ਇਤਿਹਾਸ ਦੇ ਕੋਲ ਇੰਨਾ ਸੱਚ ਹੈ ਕਿ ਉਸ ਸੱਚ ਨੂੰ ਸੁਣਨ ਦੀ ਜਿਹੜੀ ਜੁਰਤ ਹੈ ਉਹ ਸਟੇਟ ਦੇ ਨੁਮਾਇੰਦਿਆਂ ਦੇ ਕੋਲ ਨਹੀਂ ਤੇ ਉਹਨਾਂ ਦੀ ਬੁਨਿਆਦ ਜਿਹੜੀ ਹੈ ਝੂਠ ਦੇ ਆਧਾਰ ਦੇ ਉੱਪਰ ਹੈ ਔਰ ਇਹ ਬੁਨਿਆਦਾਂ ਜਿਹੜੀਆਂ ਨੇ ਲੰਬਾ ਸਮਾਂ ਤੱਕ ਨਹੀਂ ਚੱਲਦੀਆਂ ਹੁੰਦੀਆਂ, ਬਹੁਤ ਜਲਦੀ ਡਿੱਗ ਜਾਂਦੀਆਂ ਨੇ ਜਿਹੜੀਆਂ ਝੂਠ ਤੇ ਖੜੀਆਂ ਹੁੰਦੀਆਂ ਨੇ। ਬੇਸ਼ੱਕ ਮੈਂ ਇਸ ਕੇਸ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਵੀ ਕਰਾਂਗਾ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਕੋਲ ਵੀ ਇਸ ਸਾਰੀ ਗੱਲ ਨੂੰ ਲਿਖਤੀ ਤੌਰ ਤੇ ਲੈ ਕੇ ਜਾਵਾਂਗਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਕੋਲ ਲੈ ਕੇ ਜਾਵਾਂਗਾ। ਇਸ ਤੋਂ ਬਿਨਾਂ ਸਿੱਖਾਂ ਦੀਆਂ ਜਿਹੜੀਆਂ ਨੁਮਾਇੰਦਾ ਸਿੱਖ ਸੰਸਥਾਵਾਂ ਨੇ ਉਹਨਾਂ ਤੋਂ ਲੈ ਕੇ ਮਿਨੋਰਟੀ ਕਮਿਸ਼ਨ ਤੱਕ ਮੈਂ ਇਸ ਗੱਲ ਨੂੰ ਰੱਖਣ ਦਾ ਯਤਨ ਤਾਂ ਜ਼ਰੂਰ ਕਰਾਂਗਾ ਕਿ ਜੇਕਰ ਸਾਡੇ ਸਮਾਜਿਕ ਮਾਧਿਅਮ ਬੰਦ ਕਰ ਦਿੱਤੇ ਗਏ ਤੇ ਉਸ ਤੋਂ ਬਾਅਦ ਅੱਜ ਜੇਕਰ ਅਸੀਂ ਸੰਗਤ ਦੇ ਵਿੱਚ ਜਾ ਕੇ ਇਤਿਹਾਸ ਦੀ ਗੱਲ ਵੀ ਕਰਦੇ, ਹੱਲੇ ਕਿ ਮੈਂ ਪਹਿਲਾਂ ਵੀ ਗੱਲ ਕਹੀ ਸੀ 25 ਸਾਲਾਂ ਦੇ ਇਤਿਹਾਸ ਦੇ ਵਿੱਚ ਇੱਕ ਵੀ ਤੁਸੀਂ ਘਟਨਾ ਦਾ ਜ਼ਿਕਰ ਨਹੀਂ ਕਰ ਸਕਦੇ ਕਿ ਮੇਰੇ ਲੈਕਚਰ ਜਾਂ ਵਿਖਿਆਨ ਕਰਨ ਤੋਂ ਬਾਅਦ ਨੌਜਵਾਨ ਉਤੇਜਿਤ ਹੋ ਕੇ ਕਿਸੇ ਹਿੰਸਾਤਮਕ ਪ੍ਰਵਿਰਤੀ ਦੇ ਵਿੱਚ ਸ਼ਾਮਲ ਹੋਏ ਹੋਣ। ਪਰ ਇਹ ਜਿਹੜੀਆਂ ਕਿਰਿਆਵਾਂ ਨੇ ਹੁਣ ਸਟੇਟ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਜਦੋਂ ਸਿੱਖ ਕਰਦੇ ਨੇ ਫਿਰ ਉਹ ਪ੍ਰਤੀਕਿਰਿਆ ਹੁੰਦੀ ਹੈ, ਕਿਰਿਆ ਨਹੀਂ ਹੁੰਦੀ। ਉਹ ਤਾਂ ਮਜਬੂਰੀ ਦੇ ਵਿੱਚ ਸਿੱਖਾਂ ਨੂੰ ਫਿਰ ਕਹਿ ਸਕਦੇ ਹੋ ਕਿ ਕਿਸੇ ਦੂਸਰੇ ਤਰੀਕੇ ਬਾਰੇ ਸੋਚਣਾ ਪੈਂਦਾ। ਤੁਸੀਂ ਮਜਬੂਰ ਕਰਦੇ ਹੋ, ਬਾਰ-ਬਾਰ ਇਵੇਂ ਦੇ ਹਾਲਾਤ ਪੈਦਾ ਕਰਦੇ ਹੋ। ਤੁਸੀਂ ਨਹੀਂ ਕਰਨ ਦਿਓਗੇ ਮੈਨੂੰ ਲੈਕਚਰ, ਕੋਈ ਗੱਲ ਨਹੀਂ, ਮੈਂ ਲਿਖ ਕੇ ਪੈਫਲੇਟ ਵੰਡ ਦਵਾਂਗਾ, ਮੈਨੂੰ ਲਿਖਣਾ ਵੀ ਆਉਂਦਾ। ਕੇਸ ਦਰਜ ਕਰੋਗੇ, ਮੈਂ ਜੇਲ੍ਹ 'ਚ ਬਹਿ ਕੇ ਵੀ ਲਿਖ ਸਕਦਾ। ਪਰ ਤੁਸੀਂ ਇਹ ਤਾਂ ਸੋਚੋ ਕਿ ਤੁਸੀਂ ਕੀ ਕਰ ਰਹੇ ਹੋ। ਇੱਕ ਕੌਮ ਦੇ ਉਹਨਾਂ ਨੁਮਾਇੰਦਿਆਂ ਦੇ ਨਾਲ ਜਿਹੜੇ ਸਿਰਫ ਕੌਮ ਦੇ ਇਤਿਹਾਸ ਦੀ ਗੱਲ ਕਰਦੇ ਹੋ, ਜੇ ਤੁਹਾਡੀ ਸੋਚ ਉਹਨਾਂ ਪ੍ਰਤੀ ਇਵੇਂ ਦੀ ਹੈ ਤਾਂ ਫਿਰ ਤੁਹਾਨੂੰ ਅਕਿਰਤ ਕਰਨਾ ਤਾਂ ਹੋਰ ਕੀ ਕਿਹਾ ਜਾਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।